ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਵਿਡ-19 ਕਰਕੇ BC ਦੇ ਵਿੱਚ ਅਸੀਂ ਫੇਜ਼ 3 ਦੇ ਵਿੱਚ ਚਲੇ ਗਏ ਆ। ਕੈਨੇਡਾ ਦੇ ਵਿੱਚ ਅਸੀਂ ਪਹਿਲਾ ਸੂਬਾ ਹੈਗਾ ਆ ਜਿਨ੍ਹਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਈ ਹੈ ਕਿ ਅਸੀਂ BC ਦੇ ਕੇਸਾਂ ਨੂੰ ਕਿਵੇਂ ਥੱਲੇ ਲੈ ਕੇ ਜਾ ਰਹੇ ਹਾਂ। ਪਰ BC ਦੇ ਕੇਸ ਹਜੇ ਵੀ ਵੱਧ ਰਹੇ ਨੇ। ਅਜੇ ਵੀ ਜਿਹੜੇ ਸਾਨੂੰ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। ਨਾਲ ਇਹਦੇ ਵਿੱਚ ਜਿਹੜੀਆਂ ਡੈਥਸ ਸੀਗੀਆਂ ਉਹ ਬਹੁਤ ਘੱਟ ਰਿਪੋਰਟ ਕੀਤੀਆਂ ਗਈਆਂ ਨੇ, ਜੋ ਬਹੁਤ ਹੀ ਵਧੀਆ ਗੱਲ ਹੈਗੀ ਹੈ। BC ਦੀ ਸਰਕਾਰ ਦੇ ਵੱਲੋਂ ਅਨਾਉਂਸਮੈਂਟਸ ਲਗਾਤਾਰ ਕੀਤੀਆਂ ਜਾ ਰਹੀਆਂ ਨੇ, ਚਾਹੇ ਉਹ ਕੋਵਿਡ-19 ਨੂੰ ਲੈ ਕੇ ਨੇ ਤੇ ਚਾਹੇ BC ਦੀ ਲੋਕਾਂ ਨੂੰ ਲੈ ਕੇ ਨੇ। ਪਬਲਿਕ ਅਨਾਉਂਸਮੈਂਟਸ ਨੇ ਤੇ ਲੈਜਿਸਲੇਚਰ ਦੁਬਾਰਾ ਰਿਜ਼ਿਊਮ ਹੋ ਗਿਆ ਹੈ। ਕੀ ਕੁਝ ਹੋ ਰਿਹਾ BC ਸਰਕਾਰ ਦੇ ਵੱਲੋਂ, ਇਸ ਬਾਰੇ ਜਾਣਕਾਰੀ ਲੈਣ ਦੇ ਲਈ ਅੱਜ ਮੇਰੇ ਨਾਲ MLA ਰਚਨਾ ਸਿੰਘ, ਜੋ ਕਿ ਸਰੀ ਗ੍ਰੀਨ ਟਿੰਬਰਸ ਤੋਂ ਨੇ, ਉਹ ਅੱਜ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਤੇ ਕੀ ਕੁਝ ਹੋ ਰਿਹਾ BC ਸਰਕਾਰ ਦੇ ਵੱਲੋਂ। ਸੋ MLA ਰਚਨਾ, ਵੈਲਕਮ, ਸਵਾਗਤ ਹੈ ਤੁਹਾਡਾ। Thank you ਜੀ, thank you so much. It's my pleasure to be on your show. Thank you so much. ਸੋ ਰਚਨਾ ਜੀ, ਤੁਸੀਂ ਜਿੱਦਾਂ MLA ਹੈਗੇ ਹੋ ਤੇ BC ਦੇ ਵਿੱਚ ਜੇ ਅਸੀਂ ਐਜ਼ ਅ ਸਿਟੀਜ਼ਨ ਗੱਲ ਕਰੀਏ ਤਾਂ ਸਾਨੂੰ ਇਦਾਂ ਲੱਗਦਾ ਹੁੰਦਾ ਕਿ ਅਸੀਂ ਸੇਫ ਹੈਗੇ ਆ, ਸੇਫ ਹੈਂਡਸ ਦੇ ਵਿੱਚ ਹੈਗੇ ਆ, ਫੇਜ਼ 3 ਦੇ ਵਿੱਚ ਆ ਗਏ ਹੈਗੇ ਆ। ਤੁਹਾਨੂੰ ਕੀ ਲੱਗਦਾ ਕਿ ਫੇਜ਼ 3 ਜਿਹੜਾ ਹੈਗਾ ਕਿਸ ਤਰ੍ਹਾਂ ਕੰਮ ਕਰ ਰਿਹਾ? ਜੀ ਬਿਲਕੁਲ, ਤੁਸੀਂ ਬਿਲਕੁਲ ਗੱਲ ਠੀਕ ਕੀਤੀ ਕਿ COVID-19 ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ ਹੈ। ਲੋਕੀ ਬਹੁਤ ਜ਼ਿਆਦਾ ਫਿਕਰਮੰਦ ਸੀਗੇ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਹੈਗਾ ਕਿ ਜਿਵੇਂ ਸਾਡੀ ਸਰਕਾਰ ਨੇ ਤੇ ਸਪੈਸ਼ਲੀ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਬੌਨੀ ਹੈਨਰੀ ਨੇ ਇਸ COVID-19 ਦੀ ਜਿਹੜੀ ਸਮੱਸਿਆ ਹੈ ਉਹਨੂੰ ਇੱਕ ਬਿਲਕੁਲ ਹੀ ਸਾਇੰਟੀਫਿਕ, ਇੱਕ ਮੈਡੀਕਲ ਤਰੀਕੇ ਨਾਲ ਹੈਂਡਲ ਕੀਤਾ ਹੈ। ਐਂਡ ਅਸੀਂ ਆਈ ਥਿੰਕ ਕਿ ਬਹੁਤ ਵਨ ਆਫ ਦਾ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਜਿਹੜੇ ਕੇਸ ਆਉਣੇ ਸ਼ੁਰੂ ਹੋਏ ਸੀਗੇ, ਵੈਨਕੂਵਰ ਵਿੱਚ ਪਹਿਲਾਂ ਆਉਣੇ ਸ਼ੁਰੂ ਹੋਏ ਤੇ our take on it was very proactive from day one। ਤੇ ਉਹਦੀ ਦਾਦ ਮੈਂ ਆਪਣੇ ਜਿਹੜੇ ਹੈਲਥ ਮਿਨਿਸਟਰ ਏਡਰੀਅਨ ਡਿਕਸ ਹੋਰਾਂ ਨੂੰ ਵੀ ਦੇਣਾ ਚਾਹੂੰਗੀ ਤੇ ਉਹਦੇ ਤੇ ਜਿਹੜਾ ਲੋਕਾਂ ਦਾ ਸਹਿਯੋਗ ਮਿਲਿਆ ਸਾਨੂੰ, the way people have sacrificed, people have listened to the health guidelines, ਉਹਦੇ ਸਦਕਾ ਹੀ ਅਸੀਂ ਜਿਹੜੀ ਕੋਵਿਡ ਦੀ ਜਿਹੜੀ ਇੱਕ ਕਰਵ ਹੈ ਉਹਨੂੰ ਫਲੈਟਨ ਕਰ ਸਕੇ ਹਾਂ। ਤੇ ਉਹਦੇ ਨਾਲ ਹੀ ਤੁਸੀਂ ਦੇਖਿਆ ਕਿ ਅਸੀਂ ਪਹਿਲੇ ਫੇਜ਼ ਵਿੱਚ ਸੀਗਾ ਜਿਹਦੇ ਸਭ ਕੁਝ ਬੰਦ ਸੀਗਾ, ਫਿਰ ਇਹ ਹੌਲੀ ਅਸੀਂ ਦੂਜਾ ਫੇਜ਼ ਖੋਲਿਆ ਜਿਹਦੇ ਵਿੱਚ ਥੋੜੇ ਬਿਜ਼ਨਸਿਸ ਖੁੱਲਣ ਲੱਗੇ, ਸਕੂਲ ਖੁੱਲੇ, ਥੋੜੇ ਅਦਾਰੇ ਖੁੱਲੇ। ਹੁਣ ਅਸੀਂ we are, as the summer is approaching, we are entering into phase 3। I think it is very important and ਸਾਰਿਆਂ ਨੂੰ ਹੈਲਥ ਆਫਿਸਰ, ਸਾਡੇ ਐਸੈਂਸ਼ੀਅਲ ਕੇਅਰ ਵਰਕਰਸ ਨੂੰ ਤਾਂ ਬਿਲਕੁਲ ਸ਼੍ਰੇਅ ਜਾਂਦਾ ਹੀ ਇਸ ਚੀਜ਼ ਦਾ, ਪਰ ਮੈਂ ਕਹੂੰਗੀ ਕਿ ਜਿਹੜੇ ਤੁਹਾਡੇ ਵਿਊਅਰਸ ਹੈ, ਜਿਹੜੀ ਸਾਡੀ ਕਮਿਊਨਿਟੀਜ਼ ਹੈਗੀਆਂ, ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੇ ਅਸੀਂ ਇੱਥੇ ਤੱਕ ਪਹੁੰਚੇ ਹਾਂ। So it is very important time for us in BC। ਅਸੀਂ ਜਾਣਦੇ ਹਾਂ ਕਿ ਲੋਕੀ ਬਹੁਤ ਅਪਸੈਟ ਰਹੇ ਹੈ COVID-19 ਕਰਕੇ, ਕਿਤੇ ਮਿਲਣਾ ਜੁਲਣਾ ਲੋਕਾਂ ਦਾ ਬੰਦ ਹੋਇਆ ਸੀਗਾ, ਇੰਟਰੈਕਸ਼ਨਸ ਘੱਟ ਸੀਗੀਆਂ, ਗੈਦਰਿੰਗਸ ਘੱਟ ਹੋ ਰਹੀਆਂ ਸੀਗੀਆਂ। ਸੋ ਇਨ ਦਾ ਥਰਡ ਫੇਜ਼ ਅਸੀਂ ਦੇਖਾਂਗੇ ਕਿ ਜਿਹੜੀਆਂ ਸੋਸ਼ਲ ਇੰਟਰੈਕਸ਼ਨਸ ਹੈ ਉਹ ਥੋੜੀਆਂ ਵਧਣਗੀਆਂ। ਜਿਹੜੇ ਅਜੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਜ਼ਿਆਦਾ ਗੈਦਰਿੰਗਸ ਹੋਣ, ਅਜੇ ਵੀ ਜਿਹੜੀ 50 ਤੋਂ ਵੱਧ ਦੀ ਗੈਦਰਿੰਗ ਦੇ ਉੱਤੇ ਲਿਮਿਟ ਹੈਗੀ ਹੈ। the maximum numbers you can have in a gathering is 50 still। ਬਟ ਜਦ ਤੁਸੀਂ ਹੁਣ ਇਹ ਕਿ ਤੁਸੀਂ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਜਿਹੜੇ ਨਜ਼ਦੀਕੀ ਲੋਕੀ ਹੈ ਉਹਨਾਂ ਨੂੰ ਮਿਲ ਸਕੋਗੇ। ਤੇ ਇੱਕ ਜਿਹੜੀ ਫੇਜ਼ 3 ਦਾ ਬਹੁਤ ਵੱਡਾ ਐਸਪੈਕਟ ਹੈ ਉਹ ਟਰੈਵਲ ਦਾ ਹੈਗਾ। ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੇ ਆਪਣੇ ਪੂਰੇ ਟਰੈਵਲਿੰਗ ਬੰਦ ਕੀਤੀ ਹੋਈ ਸੀਗੀ। ਬਾਹਰ ਜਾਣਾ ਤਾਂ ਤੁਹਾਨੂੰ ਪਤਾ ਹੀ, ਸਾਡੇ ਬਾਰਡਰਸ ਆਰ ਕਲੋਜ਼ਡ, ਸੋ ਵੀ ਕੈਨਟ ਗੋ ਆਊਟ ਆਫ ਕੰਟਰੀ। ਬਟ ਵਿਦਿਨ BC ਥਰਡ ਫੇਜ਼ ਵਿੱਚ ਜਿਹੜਾ ਹੈਗਾ ਟਰੈਵਲ ਉਹ ਓਪਨ ਕੀਤਾ ਗਿਆ, ਬਟ ਸਟਿਲ ਵਿਦ ਲੋਟ ਆਫ ਕੌਸ਼ਨਸ, ਲੋਟ ਆਫ ਪ੍ਰੀਕਾਸ਼ਨਸ। ਫੇਜ਼ 3 ਦੇ ਵਿੱਚ ਨਾਲ ਹੁਣ ਹਸਪੀਟਲ ਦੇ ਲਈ ਵੀ ਇੱਕ ਅਨਾਉਂਸਮੈਂਟ ਹੋਈ ਹੈ ਕਿ ਹਸਪੀਟਲ ਦੇ ਵਿੱਚ ਵਿਜ਼ਿਟਰ ਜਾ ਸਕਦੇ ਨੇ ਲੌਂਗ ਟਰਮ ਕੇਅਰ ਦੇ ਵਿੱਚ ਜੀ। ਕਿ ਅਸੀਂ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਲੋਕੀ ਇਸ ਚੀਜ਼ ਤੋਂ ਸਫਰ ਕਰ ਰਹੇ ਸੀਗੇ, ਉਹਨਾਂ ਦੇ ਬਹੁਤ ਜ਼ਿਆਦਾ loved and dear ones, family members long term cares ਵਿੱਚ ਹੈਗੇ ਹੈ। ਪਰ ਇਹ ਕਿ long term care ਵਿੱਚ ਹੈ ਕਿ ਜਿੱਥੇ ਕਿ ਬਹੁਤ ਜ਼ਿਆਦਾ vulnerable population ਹੈ, ਉਹ ਲੋਕੀ, ਉਹਨਾਂ ਦੀ ਉਮਰ ਜ਼ਿਆਦਾ ਹੈਗੀ ਹੈ, ਨਾਲੇ ਉਹਨਾਂ ਦੀ ਇਮਿਊਨਿਟੀ ਜਿਹੜੀ ਹੈਗੀ ਉਹ ਕੰਪਰੋਮਾਈਜ਼ ਸੀਗੀ। ਤੇ ਲੋਕਾਂ ਦੀ ਬਹੁਤ ਜ਼ਿਆਦਾ ਇੱਛਾ ਸੀਗੀ, ਹਰ ਇੱਕ ਪਰਿਵਾਰ ਦੀ ਇੱਛਾ ਹੁੰਦੀ ਹੈ to get closer to their family members, ਪਰ ਉਹਦੇ ਤੇ ਰੋਕ ਸੀਗੀ। ਤੇ ਹੁਣ ਵਿਦ ਦਾ ਥਰਡ ਫੇਜ਼ ਪਰਸੋਂ ਹੀ ਜਿਹੜੀ ਅਨਾਉਂਸਮੈਂਟ ਕੀਤੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਬੌਨੀ ਹੈਨਰੀ ਨੇ ਕਿ ਇੱਕ ਮੈਂਬਰ ਫੈਮਿਲੀ ਦਾ ਮਿਲ ਸਕੇਗਾ। ਪਰ ਹੈ ਕਿ ਅਸੀਂ ਜਾਣਦੇ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਤੇ ਸਭ ਤੋਂ ਜ਼ਿਆਦਾ ਜਿਹੜੀ ਆਊਟਬ੍ਰੇਕ ਸੀਗੀ ਅਸੀਂ ਦੇਖਿਆ ਸੀ ਕੇਅਰ ਸੈਂਟਰਸ ਦੇ ਵਿੱਚ ਸੀਗੀ ਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਉੱਥੇ ਹੋਈਆਂ। ਸੋ when we open up this thing ਕਿ when people can go for these visits, ਜਿਹੜੇ ਅਸੀਂ ਪ੍ਰੀਕਾਸ਼ਨਸ ਦੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ, ਜਿਹੜੀ ਫਿਜ਼ੀਕਲ ਡਿਸਟੈਂਸਿੰਗ, ਮਾਸਕ ਲਾਉਣ ਬਾਰੇ ਜਾਂ ਹੱਥ ਧੋਣ ਬਾਰੇ ਦੀ ਜਿਹੜੀ guidelines ਹੈ, we still have to abide by that because they are as we all know, they are the most vulnerable population and ਉਹਨਾਂ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਦੀ ਇਮਿਊਨਿਟੀ ਨਾ ਕੰਪਰੋਮਾਈਜ਼ ਹੋਵੇ, ਤਾਂ we have to be very careful when we are visiting them।
ਬਿਲਕੁਲ ਤੇ ਨਾਲ ਅਸੀਂ ਸਾਰੇ ਚਾਹੁੰਦੇ ਹੈਗੇ ਆ ਕਿ ਪਾਰਲੀਮੈਂਟਰੀ ਜਿਹੜੇ ਸੈਸ਼ਨ ਸੀਗੇ ਉਹ ਕੈਂਸਲ ਹੋ ਗਏ ਸੀਗੇ। ਲੈਜਿਸਲੇਚਰ ਦੁਆਰਾ ਰਿਜ਼ਿਊਮ ਹੋਇਆ ਹੈਗਾ 22 ਜੂਨ ਤੋਂ। 1 ਵੀਕ ਦਾ ਜੋ ਇਹ ਤੁਹਾਡਾ ਐਕਸਪੀਰੀਅੰਸ ਸੀਗਾ, ਜੇ ਅਸੀਂ ਉਹਦੀ ਗੱਲ ਕਰੀਏ, ਕਿਉਂਕਿ ਅੱਗੇ ਪਹਿਲਾਂ ਦੀ ਗੱਲ ਕਰੀਏ ਤਾਂ ਅਸੀਂ 4 ਦਿਨ ਦਾ ਸੈਸ਼ਨ ਹੁੰਦਾ ਸੀ ਤੇ ਹੁਣ 5 ਦਿਨ ਦਾ ਹੋ ਗਿਆ ਹੈ, ਤੇ ਨਾਲ ਉਹ ਵੀ ਵਰਚੁਅਲੀ। ਸੋ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਜੀ ਮੈਂ ਆਈ ਵਾਸ ਵਨ ਆਫ ਦਾ ਮੈਂਬਰਸ ਜਿਹੜੇ ਕਿ ਵਰਚੁਅਲੀ ਪਾਰਟਿਸਿਪੇਟ ਕਰ ਰਹੇ ਸੀਗੇ ਪਿਛਲੇ ਹਫਤੇ। ਇਹ ਹਫਤਾ ਬ੍ਰੇਕ ਵੀਕ ਸੀਗਾ, ਪਿਛਲਾ ਹਫਤਾ ਦ ਸੈਸ਼ਨ ਸਟਾਰਟਡ। ਇੱਛਾ ਤਾਂ ਸਾਰੇ ਮੈਂਬਰਸ ਦੀ ਸੀਗੀ ਕਿ ਉੱਥੇ ਜਾਣ, ਵਿਕਟੋਰੀਆ ਵਿੱਚ ਹੋਣ, ਜਿਵੇਂ ਅਸੀਂ ਟ੍ਰੈਡੀਸ਼ਨਲੀ ਜਿਵੇਂ ਸੈਸ਼ਨ ਅਟੈਂਡ ਕਰਦੇ ਰਹੇ ਹਾਂ, ਉਵੇਂ ਹੀ ਇੱਛਾ ਸੀਗੀ ਕਿ ਆਲ ਦ ਮੈਂਬਰਸ ਵਾਂਟਡ ਟੂ ਬੀ ਇਨ ਦ ਲੈਜਿਸਲੇਚਰ। ਬਟ ਬਿਕਾਜ਼ ਆਫ ਕੋਵਿਡ-19 ਤੇ ਜਿਹੜੀਆਂ ਸੇਫ ਜਿਹੜੀ ਡਿਸਟੈਂਸਿੰਗ ਨਹੀਂ ਸਾਨੂੰ ਲੱਗਦਾ ਸੀ ਕਿ ਨਹੀਂ ਰੱਖ ਸਕਾਂਗੇ ਜੇ ਸਾਰੇ ਦੇ ਸਾਰੇ ਮੈਂਬਰਸ ਅਸੀਂ ਇਕੱਠੇ ਚਲੇ ਗਏ। ਸੋ ਜਿਹੜੇ ਸਾਡੇ ਵਿਪ ਹੈਗੇ ਹੈ ਗਵਰਨਮੈਂਟ ਵਿਪ ਤੇ ਬਾਕੀ ਜਿਹੜੇ ਹਾਊਸ ਲੀਡਰਸ ਹੈ, ਉਹਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਦੇ ਵਿਲ ਡੂ ਦਾ ਰੋਟੇਸ਼ਨ ਪਾਰਟ। ਸੋ ਮਾਈ ਰੋਟੇਸ਼ਨ ਲਾਸਟ ਵੀਕ ਵਾਸ ਵਰਚੁਅਲ। ਤੇ ਪਰ ਹੈ ਕਿ ਉਹ ਉਹਦੀ ਪਹਿਲਾਂ ਵੀ ਟ੍ਰੇਨਿੰਗ ਦਿੱਤੀ ਗਈ ਉਸ ਚੀਜ਼ ਦੀ ਕਿ ਵਰਚੁਅਲੀ ਅਸੀਂ ਕਿਵੇਂ ਕਰਾਂਗੇ। ਉਹ ਜਿਹੜੀ 3 ਮਹੀਨਿਆਂ ਤੋਂ ਅਸੀਂ ਪਹਿਲਾਂ ਵੀ ਦੇਖ ਰਹੇ ਸੀ ਕਿ ਬਹੁਤ ਚੀਜ਼ਾਂ ਅਸੀਂ ਵਰਚੁਅਲੀ ਕਰ ਰਹੇ ਸੀਗੇ। ਹੁਣ ਜਿਵੇਂ ਤੁਹਾਡੇ ਨਾਲ ਜਿਹੜੀ ਅੱਜ ਇੰਟਰਵਿਊ ਕਰ ਰਹੀ ਹਾਂ ਵਰਚੁਅਲੀ ਕਰ ਰਹੀ ਹੈਗੀਆਂ, ਪਰ ਐਵੇਂ ਹੀ ਅਸੀਂ ਪਿਛਲੇ 3 ਮਹੀਨਿਆਂ ਤੋਂ ਜਿੰਨਾ ਵੀ ਅਸੀਂ ਜ਼ਿਆਦਾ ਕੰਮ ਕਰ ਰਹੇ ਸੀਗੇ ਜ਼ੂਮ ਨਾਲ, MS ਟੀਮਸ ਜਾਂ ਸਕਾਈਪ ਵਰਗੇ ਜਿਹੜੀ ਟੈਕਨੋਲੋਜੀ ਦੇ ਰਾਹੀਂ ਅਸੀਂ ਲੋਕਾਂ ਦੇ ਰੂਬਰੂ ਹੋ ਰਹੇ ਸੀਗੇ। ਸੋ ਐਂਡ ਇਟ ਵਾਸ ਅ ਹਿਸਟਰੀ that was created in the legislature last week। ਅਸੀਂ ਜਾਣਦੇ ਹਾਂ ਕਿ ਲੈਜਿਸਲੇਚਰ ਭੰਗ ਹੋਣ ਕਰਕੇ, ਕੋਵਿਡ ਕਰਕੇ ਜਿਹੜਾ ਸਾਡਾ ਵਿੱਚ ਜਿਹੜਾ ਸੈਸ਼ਨ ਵਿੱਚੋਂ ਬੰਦ ਕਰਨ ਕਰਕੇ ਕਿੰਨੇ ਸਾਡੇ ਲੈਜਿਸਲੇਸ਼ਨ ਸੀਗੇ ਜਿਹੜੇ ਰਹਿ ਗਏ ਸੀਗੇ। ਵੈਰੀ ਇੰਪੋਰਟੈਂਟ ਥਿੰਗਸ that we had to pass on, ਜਿਹੜੇ ਬਿੱਲ ਇੰਟਰੋਡਿਊਸ ਹੋਣੇ ਸੀ, ਬਿਲਸ ਦੇ ਉੱਤੇ ਚਰਚਾ ਹੋਣੀ ਸੀਗੀ, ਉਹ ਨਹੀਂ ਹੋ ਪਾ ਰਹੀ ਸੀਗੀ। ਬਟ ਇਟ ਇਜ਼ ਜਿਵੇਂ ਉਹਨਾਂ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਸੈਸ਼ਨ ਨੂੰ ਦੁਬਾਰਾ ਖੋਲਿਆ ਗਿਆ ਵਿਦ ਆਲ ਦਾ ਪ੍ਰੀਕਾਸ਼ਨਸ। ਆਈ ਪਾਰਟਿਸਿਪੇਟਡ ਵਰਚੁਅਲੀ ਤੇ ਪਰ ਮੈਂ ਆਪ ਉੱਥੇ ਨਹੀਂ ਸੀਗੀ, ਪਰ ਉਹ ਹੈ ਕਿ ਜਦ ਵੀ ਮੈਂ ਜਿਹੜਾ ਵੀ ਕੋਈ ਬੰਦਾ ਵਰਚੁਅਲੀ ਉਹ ਬੋਲ ਰਿਹਾ ਹੈ, ਉਹ ਪੂਰੇ ਲੈਜਿਸਲੇਚਰ ਵਿੱਚ ਨਜ਼ਰ ਆਉਂਦਾ ਕਿ ਉਹ ਕੀ ਕਹਿ ਰਿਹਾ ਹੈਗਾ। ਸੋ it is a new thing for even for the MLAs, for the ministers also, but we are getting adapted। ਜਿਵੇਂ COVID-19 ਨੇ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿਖਾਈਆਂ, ਉਹਦੇ ਵਿੱਚੋਂ ਇਹ ਚੀਜ਼ ਵੀ ਇੱਕ ਨਵੀਂ ਲੈਜਿਸਲੇਚਰ ਦਾ ਜਿਹੜਾ ਹਾਈਬ੍ਰਿਡ ਸੈਸ਼ਨ ਹੈ, ਇਹ ਵੀ ਨਵੀਂ ਚੀਜ਼ ਬਣ ਕੇ ਉੱਭਰਿਆ ਹੈਗਾ। ਬਿਲਕੁਲ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਿੱਦਾਂ ਥੋੜੇ ਬਹੁਤ ਗਲਿਚਸ ਆ ਜਾਂਦੇ ਹੈਗੇ ਨੇ, ਜਾਂ ਵਰਚੁਅਲੀ ਟੈਕਨੀਕਲ ਪਾਰਟ ਹੈਗਾ ਆ ਜੋ ਤੁਹਾਨੂੰ ਸਮਝਾਉਣਾ ਵੀ ਪੈਂਦਾ ਹੈਗਾ ਪਹਿਲਾਂ ਆਪਰੇਟਰਸ ਦੇ ਵੱਲੋਂ ਕਿ ਕਿਸ ਤਰ੍ਹਾਂ ਆਪਰੇਟ ਕਰਨਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਾਨੂੰ ਸਿੱਖਣ ਨੂੰ ਮਿਲ ਰਹੀਆਂ ਹੈਗੀਆਂ ਕੋਵਿਡ-19 ਦੇ ਦੌਰਾਨ। ਹੁਣ ਅਸੀਂ ਬਿਲਸ ਦੀ ਜੇ ਗੱਲ ਕਰੀਏ, ਤੁਸੀਂ ਕਿਹਾ ਬਿੱਲ ਪਾਸ ਹੋਣ ਵਾਲੇ ਨੇ, ਬਹੁਤ ਸਾਰੇ ਰਹਿੰਦੇ ਸੀ, ਡਿਬੇਟਸ ਹੋਣ ਵਾਲੀਆਂ ਸੀ ਉਹਦੇ ਤੇ, ਜਿਹੜੀਆਂ ਕਿ ਹੁਣ ਵਰਚੁਅਲੀ ਫਾਈਨਲੀ ਤੁਸੀਂ ਉਹਦੇ ਤੇ ਡਿਬੇਟ ਕਰ ਸਕਦੇ ਹੋ, ਪਰ ਅਸੀਂ ਉੱਥੇ ਪ੍ਰੈਜ਼ੈਂਟ ਹੋ ਕੇ ਤਾਂ ਨਹੀਂ ਤੁਸੀਂ ਕਰ ਰਹੇ। ਪਰ ਕਿਹੜੇ ਬਿੱਲ ਨੇ ਜਿਨ੍ਹਾਂ ਦੇ ਉੱਤੇ ਕੰਮ ਹੋ ਰਿਹਾ? ਜੀ ਬਿਲਕੁਲ ਜੀ, ਇੱਕ ਪਿਛਲੇ ਹਫਤੇ ਜਿਹੜਾ ਇੱਕ ਬਹੁਤ ਹੀ ਬਿੱਲ ਜਿਹੜਾ ਮੇਰੇ ਜਿਹੜਾ ਇੰਟਰੋਡਿਊਸ ਹੋ ਚੁੱਕਿਆ ਸੀਗਾ, ਪਰ ਉਹਦੇ ਤੇ ਅਜੇ ਡਿਬੇਟ ਨਹੀਂ ਹੋਈ ਸੀਗੀ। ਉਹ ਤੁਸੀਂ ਜਾਣਦੇ ਹੀ ਹੋ ਕਿ ਜਿਹੜੀਆਂ ਔਰਤਾਂ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ, ਉਹਨਾਂ ਨੂੰ ਜਿਹੜੀ ਜਦ ਵੈਨ ਅ ਵੂਮਨ ਇਜ਼ ਗੋਇੰਗ ਥਰੂ ਅ ਡੋਮੈਸਟਿਕ ਔਰ ਜਦ ਡੋਮੈਸਟਿਕ ਵਾਇਲੈਂਸ ਜਾਂ ਸੈਕਸ਼ੂਅਲ ਅਸੌਲਟ ਦੀ ਵਿਕਟਿਮ ਹੋਵੇ, ਤੇ ਉਹਨੂੰ ਜਿਹੜੀ 5 ਦਿਨ ਦੀ ਛੁੱਟੀ ਅਸੀਂ ਐਲਾਨ ਕੀਤੀ ਸੀਗੀ। ਇਟ ਵਾਸ ਅ ਬਿੱਲ 5 I think, ਜਿਹੜਾ ਕਿ ਇੰਟਰੋਡਿਊਸ ਕੀਤਾ ਗਿਆ ਸੀਗਾ ਲੇਬਰ ਮਿਨਿਸਟਰ ਵੱਲੋਂ ਇਨ ਮਾਰਚ, ਜਸਟ ਬਿਫੋਰ ਦਾ ਸੈਸ਼ਨ ਦੀ ਬ੍ਰੇਕ ਆਈ ਸੀਗੀ। ਤੇ ਉਹ ਬਿੱਲ ਡਿਸਕਸ ਹੋਇਆ, ਪਿਛਲੇ ਸੋਮਵਾਰ ਨੂੰ ਡਿਸਕਸ ਹੋਇਆ। ਮੈਨੂੰ ਵੀ ਉਹਦੇ ਤੇ ਬੋਲਣ ਦਾ ਮੌਕਾ ਮਿਲਿਆ ਬਿਕੋਜ਼ ਹੈਵਿੰਗ ਵਰਕਡ ਇਨ ਦਾ ਫੀਲਡ। ਮੈਂ ਜਾਣਦੀ ਹਾਂ ਕਿ ਔਰਤਾਂ ਦੀ ਕਿੰਨਾ ਜ਼ਿਆਦਾ ਟਰੋਮੈਟਿਕ ਐਕਸਪੀਰੀਅੰਸ ਹੁੰਦਾ ਵੈਨ ਦੇ ਐਕਸਪੀਰੀਅੰਸ ਵਾਇਲੈਂਸ, ਐਨੀ ਕਾਈਂਡ ਆਫ ਵਾਇਲੈਂਸ। ਤੇ ਉਹਨਾਂ ਨੂੰ ਜਿਹੜੀ ਉਹ 5 ਦਿਨ ਦੀ ਪੇਡ ਛੁੱਟੀ ਦੀ ਜਿਹੜਾ ਬਿੱਲ ਇੰਟਰੋਡਿਊਸ ਕਰ ਰਿਹਾ ਸੀਗਾ, ਉਹਦੀ ਕਿੰਨੀ ਜ਼ਿਆਦਾ ਲੋੜ ਹੈ ਤੇ ਹਾਊ ਇਟਸ ਗੋਨਾ ਹੈਲਪ the well-being of the women and their families। So ਇਹ ਇੱਕ ਜਿਹੜਾ ਇੰਟਰੋਡਿਊਸ ਹੋਇਆ ਔਰ ਪਾਸ ਹੋਇਆ ਉਸ ਦਿਨ। ਪਰ ਹੋਰ ਜਿਹੜੇ ਬਿੱਲ ਆ ਰਹੇ ਆ, ਜਿਹਦੇ ਵਿੱਚੋਂ ਇੱਕ ਮੈਂਟਲ ਹੈਲਥ ਐਕਟ ਜਿਹੜਾ ਚੇਂਜ ਹੋਣ ਜਾ ਰਿਹਾ, ਸਪੈਸ਼ਲੀ ਰਿਲੇਟਡ ਵਿਦ ਆਵਰ ਯੂਥ, ਕਿ ਜਿਹੜਾ ਯੂਥ ਓਵਰਡੋਜ਼ ਕਰ ਰਹੇ ਹੈਗੇ ਆ, ਯੂਥ ਅੰਡਰ 19 ਓਵਰਡੋਜ਼ ਕਰਦੇ ਹੈਗੇ ਆ ਜਦੋਂ ਹਸਪੀਟਲ ਵਿੱਚ ਜਾਂਦੇ ਆ। ਦਿਸ ਬਿੱਲ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਜਦ ਤੱਕ ਉਹਨਾਂ ਦੀ ਮਾਨਸਿਕ ਹਾਲਤ ਸਟੇਬਲਾਈਜ਼ ਨਾ ਹੋ ਜਾਏ, ਉਹਨਾਂ ਨੂੰ ਉੱਥੇ ਰੱਖਿਆ ਜਾਏਗਾ ਤਾਂ ਕਿ ਦੇ ਆਰ ਏਬਲ ਟੂ ਮੇਕ ਦ ਰਾਈਟ ਡਿਸੀਜਨਸ। ਸੋ ਇਹ ਬਿੱਲ ਅਜੇ ਇੰਟਰੋਡਿਊਸ ਹੋਏਗਾ ਤੇ ਇਹਦੇ ਉੱਤੇ ਡਿਬੇਟ ਜ਼ਿਆਦਾ ਨਜ਼ਰ ਆਏਗੀ ਤੁਹਾਨੂੰ। ਜਦ ਅਗਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਇਹਦੇ ਬਾਰੇ ਕਾਫੀ ਚਰਚਾ ਹੋਏਗੀ। ਬਾਕੀ ਜਿਹੜਾ ICBC ਦੀ ਚੇਂਜਸ ਆ ਰਹੀਆਂ ਹੈਗੀਆਂ, ਉਹ ਵਾਲਾ ਬਿੱਲ ਸੀਗਾ, that was debated, ਉਹ ਵੀ ਪਾਸ ਹੋਇਆ ਹੈਗਾ। So these were the 3 that happened last week, but in the coming weeks you will see some more bills coming and they are being introduced and debated। ਬਿਲਕੁਲ, ਤੇ ਅਸੀਂ ਕੋਵਿਡ-19 ਦੇ ਨਾਲ ਲੜਦੇ ਹੋਏ ਪਬਲਿਕ ਇੰਟਰਸਟ ਦੇ ਜਿਹੜੇ ਬਿੱਲ ਹੈਗੇ ਆ ਉਹਨਾਂ ਤੇ ਵੀ ਧਿਆਨ ਦੇ ਰਹੇ ਹੈਗੇ ਆ, ਜੋ ਕਿ ਵਧੀਆ ਗੱਲ ਹੈਗੀ ਹੈ। ਤੇ ਨਾਲ ਹੁਣ ਤੁਸੀਂ ਜਿੱਦਾਂ ਅਸੌਲਟ ਦੀ ਗੱਲ ਕੀਤੀ ਹੈ, ਵਾਇਲੈਂਸ ਦੀ ਗੱਲ ਕੀਤੀ ਹੈ,
ਕੋਵਿਡ ਦੇ ਦੌਰਾਨ ਅਸੀਂ ਕੋਵਿਡ ਦੇ ਵੱਲ ਇੰਨਾ ਧਿਆਨ ਦਿੱਤਾ ਕਿ ਬਹੁਤ ਸਾਰੇ ਇਸ਼ੂ ਨੇ ਜਿਹੜੇ ਸਾਹਮਣੇ ਆਏ ਨੇ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ, ਚਾਹੇ ਅਸੀਂ ਅਮਰੀਕਾ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਉੱਥੋਂ ਸਟਾਰਟ ਹੋਇਆ ਸਿਸਟਮੈਟਿਕ ਰੇਸਿਜ਼ਮ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਆਵਾਜ਼ਾਂ ਉੱਠੀਆਂ ਨੇ, BC ਦੇ ਵਿੱਚ ਵੀ ਸਾਊਥ ਏਸ਼ੀਅਨਸ ਨੂੰ ਜਿਹੜਾ ਹੈ ਉਹ COVID-19 ਕਰਕੇ ਜਿਹੜਾ ਨਿਸ਼ਾਨਾ ਬਣਾਇਆ ਗਿਆ। ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਗਵਰਨਮੈਂਟ ਕੀ ਕਰ ਰਹੀ ਹੈ ਇਸ ਰੇਸਿਜ਼ਮ ਦੇ ਲਈ? BC ਸਰਕਾਰ ਕੀ ਕਰ ਰਹੀ ਹੈ? ਜੀ ਮੈਂ ਕਹੂੰਗੀ ਕਿ ਅਸੀਂ ਬਹੁਤ ਹੀ ਪਿਵਟਲ ਟਾਈਮ ਤੇ ਖੜੇ ਹਾਂ ਹਿਸਟਰੀ ਦੇ, ਕਿ ਜਿਹੜਾ ਰੇਸਿਜ਼ਮ ਦੀ ਗੱਲ ਇੰਨੀ ਜ਼ਿਆਦਾ ਉੱਭਰ ਕੇ ਆ ਰਹੀ ਹੈ ਔਰ ਬਹੁਤ ਖੁੱਲੇ ਤੌਰ ਤੇ ਕਿਸੇ ਵੀ ਅਦਾਰੇ ਨਾਲ ਮੈਂ ਜਦ ਗੱਲ ਕਰਦੀ ਹਾਂ, ਜਾਂ ਔਰ ਇਹ ਨਹੀਂ ਹੈ ਕਿ ਉਹ ਸਿਰਫ ਦੇਸੀ ਅਦਾਰੇ ਹੈਗੇ ਹੈ, ਜਿਹੜੇ ਮੇਨ ਸਟ੍ਰੀਮ ਮੀਡੀਆ ਆਲਸੋ ਟੇਕਿੰਗ ਥੀਸ ਥਿੰਗਸ ਵੈਰੀ ਵੈਰੀ ਸੀਰੀਅਸਲੀ। ਅਸੀਂ ਬਹੁਤ ਹੀ ਵਧੀਆ ਮੁਲਕ ਚ ਰਹਿੰਦੇ ਹਾਂ, ਨੋ ਡਾਊਟ ਅਬਾਊਟ ਇਟ। ਅਸੀਂ ਇੱਥੇ ਆ ਕੇ ਆਪਣੀ ਜ਼ਿੰਦਗੀ ਬਣਾਈ ਹੈ, ਅਸੀਂ ਬਹੁਤ ਤਰੱਕੀਆਂ ਕੀਤੀਆਂ, ਬਹੁਤ ਮੱਲਾਂ ਮਾਰੀਆਂ, ਤੇ ਕਈ ਵਾਰ ਅਸੀਂ ਭੁਲੇਖਾ ਸਾਨੂੰ ਲੱਗ ਜਾਂਦਾ ਹੈ ਕਿ ਜਦ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਕਿ ਜਿਹੜਾ ਰੇਸਿਜ਼ਮ ਐਗਜ਼ਿਸਟ ਨਹੀਂ ਕਰਦਾ, ਬਿਕੋਜ਼ ਕੈਨੇਡਾ ਇਜ਼ ਅ ਵੈਰੀ ਮਲਟੀਕਲਚਰਲ ਕੰਟਰੀ। ਪਰ ਅਸੀਂ ਜਾਣਦੇ ਹਾਂ ਕਿ ਕੱਲ ਹੀ ਅਸੀਂ ਕੈਨੇਡਾ ਡੇ ਅਜੇ ਸੈਲੀਬ੍ਰੇਟ ਕੀਤਾ, ਪਰ ਜਿਹੜੀ ਕੈਨੇਡਾ ਦੀ ਜੇ ਅਸੀਂ ਹਿਸਟਰੀ ਲੈ ਕੇ ਦੇਖੀਏ, ਇਟਸ ਅ ਵੈਰੀ ਕਲੋਨੀਅਲ ਹਿਸਟਰੀ। ਕੋਲੋਨਾਈਜ਼ੇਸ਼ਨ ਤੋਂ ਸ਼ੁਰੂ ਹੋਇਆ ਸੀਗਾ, ਇੰਡੀਜਨਸ ਲੋਕਾਂ ਦੀ ਇਹ ਧਰਤੀ ਹੈਗੀ ਹੈ, ਉਹਨਾਂ ਨੂੰ ਕੋਲੋਨਾਈਜ਼ ਕੀਤਾ ਗਿਆ, ਉੱਥੋਂ ਆ ਕੇ ਇੱਥੇ ਸੈਟਲਮੈਂਟਸ ਹੋਈਆਂ, ਉਹਨਾਂ ਦੇ ਹੱਕ ਮਾਰੇ ਗਏ। ਬਟ ਇਨ ਦਾ ਰੀਸੈਂਟ ਈਅਰਸ ਵੀ ਹੈਵ ਸੀਨ ਕਿ ਉਹਦੇ ਬਾਰੇ ਜ਼ਿਆਦਾ ਗੱਲਬਾਤ ਹੋਣ ਲੱਗੀ। ਇੰਡੀਜਨਸ ਲੋਕਾਂ ਨਾਲ ਜਿਹੜੀ ਤਰਾਸਦੀ ਹੈ ਉਹਨਾਂ ਨੂੰ ਜ਼ਿਆਦਾ ਉਭਾਰਿਆ ਗਿਆ। ਸਾਡਾ ਜਿਹੜਾ ਕਰਿਕੂਲਮ ਹੈ ਸਕੂਲਾਂ ਵਿੱਚ, ਬੱਚਿਆਂ ਨੂੰ ਪਤਾ ਲੱਗਣ ਲੱਗਿਆ ਕਿ ਸਾਡੀ ਹਿਸਟਰੀ ਕੀ ਹੈਗੀ ਹੈ ਕੈਨੇਡਾ ਦੀ। ਇਟਸ ਨਾਟ ਜਸਟ ਲਾਈਕ ਵੀ ਆਰ ਦਾ ਫਸਟ ਇਨਹੈਬੀਟੈਂਟਸ ਆਫ ਦਿਸ ਕੰਟਰੀ। ਜਿਹੜੇ ਅਸਲੀ ਲੋਕ ਹੈ ਉਹਨਾਂ ਨਾਲ ਕੀ ਵਾਪਰਿਆ ਤੇ ਕਿਵੇਂ ਅਸੀਂ ਉਸਦਾ ਸੁਧਾਰ ਕਰ ਸਕਦੇ ਹਾਂ। ਅਸੀਂ ਆਪਣੇ ਸਾਊਥ ਏਸ਼ੀਅਨ ਹਿਸਟਰੀ ਨੂੰ ਵੀ ਦੇਖੀਏ, ਇਹੀ ਧਰਤੀ ਹੈ ਜਿੱਥੇ ਕਾਮਾਗਾਟਾ ਮਾਰੂ ਹੋਇਆ ਸੀਗਾ, ਇਹੀ ਧਰਤੀ ਹੈ ਜਿੱਥੇ ਸਾਨੂੰ ਵੋਟ ਲੈਣ ਦਾ ਸਾਡੇ ਤੋਂ ਹੱਕ ਖੁੰਝ ਗਿਆ ਸੀਗਾ, ਔਰ 40 ਸਾਲ ਲੱਗੇ ਸਾਨੂੰ ਵੋਟ ਲੈਣ ਦਾ ਹੱਕ ਵਾਪਿਸ ਲੈਣ ਲਈ। ਉਹੀ ਸਾਡੇ ਜਿਹੜੇ ਪਾਇਨੀਅਰਸ ਨੇ ਬਹੁਤ ਜ਼ਿਆਦਾ ਮੈਂ ਕਹੂੰਗੀ ਇੰਨੀਆਂ ਸਟਰਗਲਸ ਕੀਤੀਆਂ, ਇੰਨਾ ਜ਼ਿਆਦਾ ਉਹਨਾਂ ਨੇ ਜੱਦੋ ਜਹਿਦ ਕੀਤੀ ਕਿ ਜਿਹੜੇ ਅੱਜ ਅਸੀਂ ਹੱਕ ਬਿਲਕੁਲ ਥਿੰਗਸ ਦੈਟ ਵੀ ਆਰ ਟੇਕਿੰਗ ਫॉर ਗ੍ਰਾਂਟਡ, ਉਹ ਸਾਨੂੰ ਪਤਾ ਹੀ ਨਹੀਂ ਕਿ ਕਿੰਨੀ ਸਟਰਗਲ ਤੋਂ ਬਾਅਦ ਮਿਲੇ ਸੀਗੇ, ਕੋਈ ਪਲੈਟਰ ਚ ਸਾਨੂੰ ਪਰੋਸੇ ਨਹੀਂ ਗਏ ਸੀਗੇ। So it is important for our newer generations to understand that. And ਜਿਹੜੀ ਹੈ Black Lives Matter ਦੀ ਜਿਹੜੀ ਮੂਵਮੈਂਟ ਚੱਲੀ ਹੈ, Indigenous Lives Matter ਦੀ ਮੂਵਮੈਂਟ ਚੱਲੀ ਹੈਗੀ ਹੈ, ਸਿਸਟੈਮਿਕ ਰੇਸਿਜ਼ਮ ਨੂੰ ਜਿਹੜਾ ਕੁਐਸਚਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਬਲੈਕ ਐਂਡ ਵਾਈਟ ਰੇਸਿਜ਼ਮ ਨਹੀਂ ਹੈਗਾ। ਅਸੀਂ ਜਾਣਦੇ ਹਾਂ ਕਿ ਮੇਰੇ ਵਰਗਾ ਬੰਦਾ ਜਾਂ ਤੁਹਾਡੇ ਵਰਗਾ ਕੋਈ ਵੀ, ਜਾਂ ਮੇਰੇ ਬਜ਼ੁਰਗ ਹੈਗੇ ਹੈ, ਜਦੋਂ ਸੜਕਾਂ ਤੇ ਜਾ ਰਹੇ ਹੈ, we are not facing the black and white racism the way people used to do in like 60s or 70s। ਪਰ ਜਿਹੜਾ ਇੱਕ ਸਿਸਟੈਮਿਕ ਰੇਸਿਜ਼ਮ ਹੈ, ਜਿਹੜਾ ਕਿ ਅਦਾਰਿਆਂ ਦੇ ਵਿੱਚ ਪੜਿਆ ਹੋਇਆ, ਜਿਹੜਾ ਤੁਹਾਡੀ ਮੈਂ ਕਹੂੰਗੀ ਕਿ ਵਿਚ ਇਜ਼ ਵਿਦਿਨ ਦਾ ਸਿਸਟਮ, ਜਿਹੜਾ ਕਿ ਲੋਕੀ ਕਈ ਵਾਰ ਰਿਅਲਾਈਜ਼ ਨਹੀਂ ਕਰਦੇ, ਉਹਦੇ ਬਾਰੇ ਚਰਚਾ ਕਰਨੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਸਪੈਸ਼ਲੀ ਜਦ ਸਾਡੇ ਵਰਗੇ ਬੰਦੇ ਜਿਹੜੇ ਇੱਕ ਪ੍ਰਿਵਿਲੇਜ ਦੀ ਪੋਜੀਸ਼ਨ ਵਿੱਚ ਹੈਗੇ, ਜਾਂ ਮੇਰੇ ਵਰਗਾ ਜਿਹੜਾ ਬੰਦਾ ਜਿਹੜਾ 16 ਸਾਲ ਮੈਨੂੰ ਇੱਥੇ ਆਈ ਨੂੰ ਹੋਏ ਸੀਗੇ, ਮੈਂ MLA ਬਣ ਗਈ। I can say that Canada is a wonderful country, and ਇਹ ਸਿਰਫ ਕੈਨੇਡਾ 'ਚ ਹੀ ਹੋ ਸਕਦਾ ਸੀਗਾ। ਪਰ ਮੇਰੇ ਤੇ ਓਨਸ ਹੋਰ ਵੀ ਜ਼ਿਆਦਾ ਹੈਗਾ ਕਿ ਜਿਹੜੇ ਲੋਕੀ ਮੈਂ ਜਾਣਦੀ ਹਾਂ ਕਿ ਸਫਰ ਕਰ ਰਹੇ ਆ ਇਸ ਟਾਈਮ ਤੇ, ਉਹਨਾਂ ਨੂੰ ਬੈਰੀਅਰਸ ਜਿਹੜੇ ਫੇਸ ਕਰ ਰਹੇ ਆ, ਜਿਹੜੇ ਮੇਰੇ ਵਰਗੇ ਨਜ਼ਰ ਆਉਂਦੇ ਹੈ, ਜਾਂ ਪੀਪਲ ਹੂ ਆਰ ਬਲੈਕ, ਪੀਪਲ ਹੂ ਆਰ ਇੰਡੀਜਨਸ, ਮੁਸਲਮਾਨ ਲੋਕੀ, ਔਰ ਸਪੈਸ਼ਲੀ ਮੁਸਲਮਾਨ ਔਰਤਾਂ ਜਿਹੜਾ ਹਿਜਾਬ ਪਾਉਂਦੀਆਂ, the kind of racism those people are facing, it's very important to make your voices stronger। ਤੇ ਜਿਹੜਾ ਅੱਜ ਕੱਲ੍ਹ ਐਕਟਿਵਿਜ਼ਮ ਚੱਲ ਰਿਹਾ, ਮੈਨੂੰ ਬਹੁਤ ਜ਼ਿਆਦਾ ਉਮੀਦ ਦੇ ਰਿਹਾ, ਸਾਨੂੰ ਸਾਰਿਆਂ ਨੂੰ ਉਮੀਦ ਦੇ ਰਿਹਾ ਕਿ there are changes that we have been waiting for number of years that might come। ਬਿਲਕੁਲ। ਤੇ ਰੇਸਿਜ਼ਮ, ਜਦੋਂ ਅਸੀਂ ਗੱਲ ਕਰਦੇ ਹਾਂ ਸਿਸਟਮੈਟਿਕ ਰੇਸਿਜ਼ਮ ਦੀ, ਤਾਂ ਹੁਣ ਆਵਾਜ਼ਾਂ ਇਹ ਵੀ ਉੱਠ ਰਹੀਆਂ ਨੇ ਕਿ ਪੁਲਿਸਿੰਗ ਦੇ ਵਿੱਚ ਵੀ ਰੇਸਿਜ਼ਮ ਹੈਗਾ ਆ। ਹੁਣ ਪੁਲਿਸਿੰਗ ਦੀ ਜੇ ਗੱਲ ਕਰ ਲਈਏ ਤਾਂ ਅਸੀਂ ਸਰੀ ਦੇ ਵਿੱਚ ਪੁਲਿਸਿੰਗ ਦੀ ਮੰਗ ਕਰ ਰਹੇ ਸੀ, ਤੇ BC ਸਰਕਾਰ ਦੇ ਵੱਲੋਂ ਜਿਹੜੀ ਅਪੁਆਇੰਟ ਕੀਤੇ ਗਏ ਆ, ਵਾਟ ਇਜ਼ ਯੂਅਰ ਟੇਕ ਔਨ ਦੈਟ? ਜੀ ਬਿਲਕੁਲ, ਇਹ ਇੱਕ ਡਿਸੀਜਨ ਸੀਗਾ ਜਿਹੜਾ ਕਿ ਸਿਟੀ ਦਾ, ਪੁਲਿਸ ਜਿਹੜਾ ਹੈਗਾ ਕਿ ਇੱਕ ਸਿਟੀ ਦਾ ਮਸਲਾ ਹੁੰਦਾ ਹੈ। ਪ੍ਰੋਵਿੰਸ਼ੀਅਲ ਜਿਹੜੀ ਸਰਕਾਰ ਹੈ ਉਹਨੂੰ ਓਵਰਸੀ ਕਰਦੀ ਹੈ ਕਿ ਕਿਵੇਂ ਤੁਹਾਡੀ ਸਿਟੀ ਨੂੰ, ਦੇ ਜਸਟ ਹੈਲਪ ਦਾ ਸਿਟੀਜ਼ ਟੂ ਰਨ देयर ਪੁਲਿਸਿੰਗ ਡਿਪਾਰਟਮੈਂਟਸ। ਪਰ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈ ਉਹ ਡਿਸਾਈਡ ਨਹੀਂ ਕਰਦੀ ਕਿ ਤੁਹਾਡੀ ਪੁਲਿਸਿੰਗ ਕਿਵੇਂ ਦੀ ਹੋਏਗੀ। ਸੋ ਇਟ ਵਾਸ ਅ ਸਿਟੀ ਜਿਹੜੀ ਉਹਨਾਂ ਦੀ ਮੰਗ ਸੀਗੀ, ਜਿਹੜੀ ਸਿਟੀ ਕੌਂਸਲ ਦੀ ਮੰਗ ਸੀਗੀ, ਤੇ ਉਹਨਾਂ ਦਾ ਫੈਸਲਾ ਸੀਗਾ ਕਿ ਦੇ ਵਾਂਟਡ ਟੂ ਚੇਂਜ the Surrey RCMP ਟੂ ਸਿਟੀ ਪੁਲਿਸ, ਉਹ ਚਾਹੁੰਦੇ ਸੀਗੇ, ਤੇ ਵਿਚ we respected that decision। ਤੇ ਜਿਹੜੇ ਉਹਦੇ ਨਾਲ ਲੱਗਦੇ ਜਿਹੜੇ ਮਸਲੇ ਸੀਗੇ, the steps that we had to take, ਉਹ ਮਿਨਿਸਟਰ ਫਾਨਵਰਥ ਨੇ ਬਹੁਤ ਜ਼ਿਆਦਾ, ਤੇ ਉਹਨਾਂ ਦੀ ਮਿਨਿਸਟਰੀ ਨੇ ਪੂਰੀ ਜਿਹੜੀ ਡਾਇਲੌਗ ਕੀਤਾ with the city,
ਐਂਡ ਅਸੀਂ ਪਿਛਲੇ 2 ਸਾਲਾਂ ਤੋਂ ਇਹ ਗੱਲ ਚੱਲ ਰਹੀ ਸੀਗੀ ਤੇ ਜਸਟ ਰੀਸੈਂਟਲੀ ਤੁਸੀਂ ਜਾਣਦੇ ਹੋ ਪਿਛਲੇ ਹਫਤੇ ਹੀ ਜਿਹੜਾ ਨਵਾਂ ਸਰੀ ਪੁਲਿਸ ਬੋਰਡ ਅਪਾਇੰਟ ਹੋਇਆ, ਜੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦ ਸਰੀ ਪੁਲਿਸ ਬੋਰਡ ਅਪਾਇੰਟ ਹੋਇਆ ਕਿ ਉਹ ਇੱਕ ਬਹੁਤ ਡਿਵਰਸ ਬੋਰਡ ਬਣ ਕੇ ਨਜ਼ਰ ਆ ਰਿਹਾ ਤੁਹਾਨੂੰ। ਉਹਦੇ ਵਿੱਚ ਤੁਹਾਨੂੰ ਇੰਡੀਜਨਸ ਲੋਕੀ ਵੀ ਨਜ਼ਰ ਆਉਣਗੇ, ਤੁਹਾਨੂੰ ਪੀਪਲ ਆਫ ਕਲਰ ਹੈ ਜਿਹੜੇ ਉਹ ਬੋਰਡ ਦੇ ਮੈਂਬਰ ਹੈਗੇ ਹੈ ਉਹ ਵੀ ਹੈਗੇ, ਬਾਕੀ ਜਿਹੜੇ ਮੇਨ ਸਟ੍ਰੀਮ ਦੇ ਲੋਕੀ ਔਰ ਹਰ ਤਰ੍ਹਾਂ ਦੇ ਡਿਫਰੈਂਟ ਅਦਾਰਿਆਂ ਤੋਂ ਲੋਕੀ ਉਹਦੇ ਵਿੱਚ ਆ ਰਹੇ, ਯੂਨੀਅਨ ਦੇ ਲੋਕੀ ਹੈਗੇ ਹੈ, health authorities ਦੇ ਲੋਕੀ ਹੈ, people with a police background, people with the business background, so you will see that mix in that board which is great. And ਇਹ ਬੋਰਡ ਦਾ ਹੁਣ ਕੰਮ ਹੋਏਗਾ ਕਿ ਪੁਲਿਸ ਜਿਹੜਾ ਪੁਲਿਸ ਚੀਫ ਹੈ ਜਿਹੜਾ ਸਰੀ ਪੁਲਿਸ ਦਾ ਚੀਫ ਨੂੰ ਉਹਨੂੰ ਅਪਾਇੰਟ ਕਰਨਾ ਵੀ ਇਸ ਬੋਰਡ ਦਾ ਕੰਮ ਹੋਏਗਾ, ਬਿਕੋਜ਼ ਦਿਸ ਇਜ਼ ਨਾਟ ਅ ਪੋਲੀਟੀਕਲ ਥਿੰਗ, ਇਟ ਇਜ਼ ਅ board should be making the decisions rather than the elected officials, ਔਰ ਕੋਈ ਵੀ ਜਿਹੜੇ ਸਾਡੇ ਵਰਗੇ ਬੰਦੇ ਮੇਰਾ ਰੋਲ ਨਹੀਂ ਹੋਣਾ ਚਾਹੀਦਾ ਕਿ ਕਿਵੇਂ ਦਾ ਪੁਲਿਸ ਚੀਫ ਹੋਵੇ, let the board decide that who the police board chief would be. ਬਿਲਕੁਲ ਰਚਨਾ ਜੀ, ਜਿੱਦਾਂ ਹੁਣ ਅਸੀਂ ਰੇਸਿਜ਼ਮ ਦੀ ਗੱਲ ਕਰ ਰਹੇ ਹੈਗੇ ਆ ਤੇ ਨਾਲ ਹੁਣ COVID-19 ਤੋਂ ਬਾਅਦ ਵੀ ਸਾਨੂੰ ਦੇਖਣ ਨੂੰ ਮਿਲੂਗਾ ਤੇ ਹੁਣ ਨਾਲ ਵੀ ਅਸੀਂ ਦੇਖ ਰਹੇ ਹਾਂ ਉਹ ਹੈ ਮੈਂਟਲ ਹੈਲਥ ਇਫੈਕਟ ਹੋ ਰਹੀ ਹੈ, ਜਿਹੜੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ, ਜਿਨ੍ਹਾਂ ਨੂੰ ਇਹ ਹੈ ਕਿ ਫਿਕਰ ਹੈ ਕਿ ਸਾਡਾ ਫਿਊਚਰ ਕਿਸ ਤਰ੍ਹਾਂ ਦਾ ਹੋਵੇਗਾ। ਸੋ ਮੈਂਟਲ ਹੈਲਥ ਦਾ ਜਿਹੜਾ ਇਸ਼ੂ ਹੈਗਾ ਨਾ ਉਹ ਹੁਣ ਜ਼ਿਆਦਾ ਬਾਹਰ ਆਉਣ ਲੱਗ ਗਿਆ ਥੋੜੇ ਟਾਈਮ ਦਾ। ਮੈਂਟਲ ਹੈਲਥ ਨੂੰ ਲੈ ਕੇ ਫਾਊਂਡਰੀਜ਼ ਜਿਹੜੀਆਂ ਰੋਸ਼ਨੀ ਆਲਰੇਡੀ ਕੰਮ ਕਰ ਰਿਹਾ ਹੈਗਾ ਸਰੀ ਦੇ ਵਿੱਚ, ਤੇ ਜਿਹੜੇ ਹੋਰ ਫਾਊਂਡਰੀਜ਼ ਨੇ ਉਹਨਾਂ ਦੀਆਂ ਲੋਕੇਸ਼ਨਸ ਜਿਹੜੀਆਂ ਨੇ ਉਹ ਐਲਾਨ ਕੀਤੀਆਂ ਗਈਆਂ BC ਸਰਕਾਰ ਦੇ ਵੱਲੋਂ, ਜਿਨ੍ਹਾਂ ਦੇ ਵਿੱਚ ਇੱਕ ਸਰੀ ਦੇ ਵਿੱਚ ਵੀ ਆਉਣ ਵਾਲੀ ਆ, ਉਹਦੇ ਬਾਰੇ ਜਾਣਕਾਰੀ ਦਿਓ। ਬਿਲਕੁਲ ਜੀ, ਤੁਸੀਂ ਬਹੁਤ ਹੀ ਚੰਗੀ ਗੱਲ ਕੀਤੀ ਕਿ ਕੋਵਿਡ ਨੇ ਸਿਰਫ ਇੱਕ ਐਸਪੈਕਟ ਨਹੀਂ ਸੀਗਾ ਕੋਵਿਡ ਦਾ। ਕੋਵਿਡ ਸ਼ੁਰੂ ਹੋਇਆ ਤੇ ਹੈਲਥ ਐਸਪੈਕਟ ਨਾਲ ਸ਼ੁਰੂ ਹੋਇਆ। ਐਵਰੀਬਡੀ ਵਾਸ ਵਰੀਡ ਅਬਾਊਟ देयर ਹੈਲਥ ਐਂਡ ਵੈਲ ਬੀਇੰਗ, ਜਿਹੜਾ ਕਿ ਬਿਲਕੁਲ ਅਜੇ ਵੀ ਫੋਰਮੋਸਟ ਹਰ ਕਿਸੇ ਦੇ ਦਿਮਾਗ ਵਿੱਚ ਹੈਗਾ ਕਿ ਮੈਂ ਕਿਤੇ ਜਾਵਾਂ, ਕਿਤੇ ਮੈਂ ਕੋਵਿਡ ਨਾ ਮੈਨੂੰ ਹੋ ਜਾਏ ਜਾਂ ਮੈਂ ਕਿਸੇ ਨਾਲ ਆਪਣੇ ਆਪ ਨੂੰ ਸੇਫ ਰੱਖਾਂ ਹੈਲਥ ਵਾਈਜ਼। ਪਰ ਜਿਹੜਾ ਕੋਵਿਡ ਦਾ ਇੰਪੈਕਟ ਹੈਗਾ, ਜਸਟ ਨਾਟ ਦਾ ਹੈਲਥ ਇੰਪੈਕਟ ਹੈ, ਦਾ ਇੰਪੈਕਟ ਯੂ ਸੌ ਔਨ ਦਾ ਇਕੋਨਮੀ, ਕਿ ਕਿਵੇਂ ਸਾਡਾ ਇਕੋਨਮੀ ਇੱਕਦਮ ਉਹਦੇ ਤੇ ਠੱਲ ਪੈ ਗਈ, ਬਿਲਕੁਲ ਬੰਦ ਹੋ ਗਈ ਇਕੋਨਮੀ। ਐਂਡ ਆਲਸੋ ਵੈਰੀ ਇੰਪੋਰਟੈਂਟ ਐਸਪੈਕਟ ਇਜ਼ ਆਵਰ ਮੈਂਟਲ ਹੈਲਥ। ਲੋਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੀ ਐਂਗਜ਼ਾਇਟੀ ਹੈ ਇੱਕ ਆਮ ਬੰਦੇ ਨੂੰ ਵੀ, ਕਿ ਕੋਵਿਡ ਨੂੰ ਲੈ ਕੇ ਇੰਨੀ ਜ਼ਿਆਦਾ ਐਂਗਜ਼ਾਇਟੀ ਲੋਕਾਂ ਨੂੰ ਹੋ ਰਹੀ ਹੈ, ਆਪਣੇ ਰੋਜ਼ਗਾਰ ਨੂੰ ਲੈ ਕੇ ਐਂਗਜ਼ਾਇਟੀ ਹੋ ਰਹੀ ਹੈ, ਤੇ ਉਹਦੇ ਨਾਲ ਹੀ ਜਿਹੜਾ ਸਾਡਾ ਯੂਥ ਹੈ ਉਹ ਬਹੁਤ ਜ਼ਿਆਦਾ ਸਫਰ ਕਰ ਰਿਹਾ। ਉਹ ਲੋਕੀ ਵੀ ਜਿਹਨਾਂ ਕੋਲ ਮੈਂਟਲ ਹੈਲਥ ਇਸ਼ੂਜ਼ ਪਹਿਲਾਂ ਸੀਗੇ, ਪਰ ਨਾਓ ਵੀ ਆਰ ਸੀਇੰਗ ਦੈਟ ਪੀਪਲ ਹੂ ਡਿਡ ਨਾਟ ਹੈਵ ਮੈਂਟਲ ਹੈਲਥ ਇਸ਼ੂਜ਼ ਬਿਫੋਰ, they are experiencing those anxiety ਜਿਹੜੇ ਜਾਂ ਮੈਂਟਲ ਹੈਲਥ ਦੇ ਜਿਹੜੇ ਸਿੰਪਟਮਸ ਹੈ ਉਹਨਾਂ ਨੂੰ ਨਜ਼ਰ ਆਉਣ ਲੱਗ ਗਏ। ਸੋ ਹਾਊ ਟੂ ਸਪੋਰਟ ਦੈਟ ਪੋਪੂਲੇਸ਼ਨ, ਜਿਹੜੀ ਬਿਲਕੁਲ ਯੰਗ ਪੋਪੂਲੇਸ਼ਨ ਹੈ, ਜਿਹੜੀ ਸਭ ਤੋਂ ਵਲਨਰੇਬਲ ਹੈ, ਜਿਹੜੀ ਜ਼ਿਆਦਾ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਲਈ ਰਿਸੋਰਸਿਸ ਨਹੀਂ ਹੈਗੇ, ਜਾਂ ਉਹਨਾਂ ਦੀ ਆਵਾਜ਼ ਕਿਤੇ ਨਾ ਕਿਤੇ ਦਬਾ ਦਿੱਤੀ ਜਾਂਦੀ ਹੈ, ਜਾਂ ਉਹਨਾਂ ਕੋਲ ਇੰਨੀ ਉਹਨਾਂ ਨੂੰ ਲੱਗਦਾ ਨਹੀਂ ਕਿ ਸੇਫ এনवायरमेंट्स ਹੈ ਜਿੱਥੇ ਜਾ ਕੇ ਉਹ ਗੱਲ ਕਰ ਸਕਣ। ਸੋ ਫਾਊਂਡਰੀਜ਼ ਉਹ ਵਾਲਾ ਰੋਲ ਅਦਾ ਕਰਨਗੇ ਸਾਡੇ ਯੂਥ ਲਈ, 12 ਤੋਂ 24 ਸਾਲ ਦੇ ਜਿਹੜੇ ਯੂਥ ਹੈਗਾ, ਕਿ ਦੇ ਕੈਨ ਗੋ, ਥੀਸ ਆਰ ਸੇਫ ਪਲੇਸਿਸ ਫॉर ਦੋਜ਼ ਪੀਪਲ, ਜਿੱਥੇ ਉਹਨਾਂ ਨੂੰ ਪ੍ਰਾਇਮਰੀ ਹੈਲਥ ਕੇਅਰ ਤਾਂ ਮਿਲ ਹੀ ਰਿਹਾ, ਜਿਹੜਾ ਕਿ ਉਹਨਾਂ ਦਾ ਫਿਜ਼ੀਕਲ ਹੈਲਥ ਬੀਇੰਗ ਨੂੰ ਲੈ ਕੇ ਹੈਗਾ, ਪਰ ਜਿਹੜੀ ਉਹਨਾਂ ਦੀ ਮਾਨਸਿਕ ਹਾਲਤ ਹੈ, ਬੇਸ਼ੱਕ ਉਹ ਐਂਗਜ਼ਾਇਟੀ ਹੈ, ਉਹਨਾਂ ਨੂੰ ਆਪਣੀ ਪੜ੍ਹਾਈ ਨਾਲ, ਸਕੂਲ ਤੁਹਾਨੂੰ ਪਤਾ ਹੈ ਕਿ ਬੰਦ ਰਹੇ ਹੈਗੇ ਹੈ, ਪੋਸਟ ਸੈਕੰਡਰੀ ਐਜੂਕੇਸ਼ਨਸ ਅਜੇ ਵੀ ਬੰਦ ਰਹਿਣਗੇ, ਸਾਨੂੰ ਪਤਾ ਕਿ ਵਰਚੁਅਲੀ ਹੋਣਗੇ। ਸਾਨੂੰ ਨਹੀਂ ਪਤਾ ਕਿ ਜਿਹੜੇ ਰੈਗੂਲਰ ਸਕੂਲਸ ਹੈ, ਜਿਹੜੇ ਐਲੀਮੈਂਟਰੀ ਸਕੂਲਸ ਹੈ ਜਾਂ ਹਾਈ ਸਕੂਲਸ ਹੈ, ਉਹ ਕਿਸ ਤਰ੍ਹਾਂ ਨਾਲ ਖੁੱਲਣਗੇ। ਸੋ ਇਹਦਾ ਇਫੈਕਟ ਹੋ ਰਿਹਾ ਸਾਡੇ ਬੱਚਿਆਂ ਦੇ ਉੱਤੇ। ਆਈ ਕੈਨ ਸੀ ਦਾ ਇਫੈਕਟ ਔਨ ਮਾਈ ਓਨ ਚਾਈਲਡ ਹੂਜ਼ 12 year old। ਉਹ ਬਹੁਤ ਜ਼ਿਆਦਾ ਅਪਸੈਟ ਸੀਗੀ ਜਦੋਂ ਮਾਰਚ ਬ੍ਰੇਕ ਤੋਂ ਬਾਅਦ ਉਹਦਾ ਸਕੂਲ ਨਹੀਂ ਖੁੱਲਿਆ, ਤੇ ਉਹਨੂੰ ਅਸੀਂ ਬਾਅਦ ਜਿਵੇਂ ਅਸੀਂ ਸਮਝਦੀ ਸੀਗੀ COVID-19 ਕਰਕੇ ਨਹੀਂ ਖੁੱਲ ਰਿਹਾ, ਪਰ ਉਹਨਾਂ ਨੂੰ they felt very helpless, they were not, there was no connection with their peers, ਉਹਨਾਂ ਦੇ ਟੀਚਰਸ ਨਾਲ ਜਿਹੜਾ ਕਨੈਕਸ਼ਨ ਸੀਗਾ ਉਹ ਮਿਸਿੰਗ ਸੀਗਾ। ਸੋ ਉਹ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਰਹੇ ਹਾਂ, ਔਰ ਮੈਨੂੰ ਬਹੁਤ ਖੁਸ਼ੀ ਹੈ ਜਿਹੜੇ ਸਾਡੇ ਮੈਂਟਲ ਹੈਲਥ ਐਂਡ ਐਡਿਕਸ਼ਨਸ ਦੀ ਮਿਨਿਸਟਰ ਹੈ ਜੂਡੀ ਡਾਰਸੀ, ਐਂਡ ਸ਼ੀ ਇਜ਼ ਦ ਓਨਲੀ ਮਿਨਿਸਟਰ ਆਲ ਓਵਰ ਕੈਨੇਡਾ ਜਿਹਨੂੰ ਇੱਕ ਜਿਹੜਾ ਮਹਿਕਮਾ ਅਸਾਈਨ ਕੀਤਾ ਗਿਆ ਹੈਗਾ, ਤੇ ਉਹਨੇ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਯੂਥ ਦੀਆਂ ਕੀ ਪ੍ਰੋਬਲਮਸ ਹੈ। ਸੋ ਇਹ ਜਿਹੜੇ 8 ਨਵੇਂ ਫਾਊਂਡਰੀਜ਼ ਅਨਾਉਂਸ ਕੀਤੇ ਗਏ, ਜਿਨ੍ਹਾਂ ਵਿੱਚ ਇੱਕ ਸਰੀ ਹੈਗਾ, ਜਿੱਥੇ ਵੀ ਹੈਵ ਲਾਈਕ ਅ ਲਾਰਜੈਸਟ ਨੰਬਰ ਆਫ ਦੀ ਯੰਗ ਪੋਪੂਲੇਸ਼ਨ in Surrey. So I think this will come very handy for our kids, our younger people, to get the resources that they require. ਬਿਲਕੁਲ, ਤੇ ਸਿਰਫ ਜਿੱਦਾਂ 12 ਤੋਂ ਲੈ ਕੇ 24 ਸਾਲ ਦੇ ਬੱਚਿਆਂ ਦੇ ਲਈ ਹੈਗਾ ਆ ਕਿ ਤੁਸੀਂ ਜਾ ਸਕਦੇ ਆ, ਕੌਨਫੀਡੈਂਸ਼ੀਅਲ ਇਹਦੀ ਜਾਣਕਾਰੀ ਹੋਵੇਗੀ। ਸੋ ਬਹੁਤ ਸਾਰੀਆਂ ਇਨਵੈਸਟਮੈਂਟਸ BC ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਹੁਣ ਅਸੀਂ ਕੋਵਿਡ ਦਾ ਇਫੈਕਟ ਜੇ ਦੇਖੀਏ ਤਾਂ ਪੂਰੇ
ਵਰਲਡ ਦੇ ਉੱਤੇ ਆ। ਇਹ ਨਹੀਂ ਕਿ ਅਸੀਂ BC ਦੇ ਵਿੱਚ ਆ ਜਾਂ ਇਕੱਲੇ ਕੈਨੇਡਾ ਦੇ ਉੱਤੇ ਆ, ਪੂਰੇ ਵਰਲਡ ਤੇ ਇੰਪੈਕਟ ਹੈਗਾ ਆ। ਜੇ ਅਸੀਂ IMF ਦੀ ਰਿਪੋਰਟ ਦੇਖੀਏ ਤਾਂ ਉਹ ਕਹਿ ਰਹੇ ਆ ਕਿ 5% ਜਿਹੜੀ ਗਰੋਥ ਰੇਟ ਹੈਗੀ ਉਹ ਘਟ ਜੂਗੀ ਪਿਛਲੇ ਸਾਲ ਦੇ ਨਾਲੋਂ। ਆਬਵੀਅਸਲੀ ਹੁਣ ਅਸੀਂ BC ਦੇ ਵਿੱਚ ਰਹਿੰਦੇ ਹਾਂ ਤਾਂ BC ਦੇ ਵਿੱਚ ਪਿਛਲੇ ਸਾਲਾਂ ਤੋਂ ਜੋ BC ਦੀ ਸਰਕਾਰ ਹੈਗੀ ਆ ਉਹ ਬਜਟ ਬੈਲੈਂਸ ਕਰਦੀ ਆ ਰਹੀ ਹੈ, ਪਰ ਇਸ ਸਾਲ BC ਦਾ ਆਫ ਕੋਰਸ ਬੈਲੈਂਸ ਉਹ ਵੀ ਘਟ ਗਿਆ ਹੈਗਾ ਹੈ। ਪਰ ਨਾਲ ਨਾਲ ਜਿਹੜੀਆਂ ਇਨਵੈਸਟਮੈਂਟਸ ਕੀਤੀਆਂ ਜਾ ਰਹੀਆਂ ਨੇ, $5 ਬਿਲੀਅਨ ਜਿਹੜਾ COVID-19 ਕਰਕੇ ਸਪੈਂਡ ਕੀਤਾ ਗਿਆ BC ਸਰਕਾਰ ਦੇ ਵੱਲੋਂ, ਤੇ ਨਾਲ ਨਾਲ ਜਿੱਦਾਂ ਹੁਣ ਸਕੂਲ ਦੀ, ਹਸਪੀਟਲ ਦੀ ਜੇ ਅਸੀਂ ਗੱਲ ਕਰੀਏ ਜਾਂ ਅਸੀਂ ਹੈਲਥ ਕੇਅਰ ਸਿਸਟਮ ਦੀ ਗੱਲ ਕਰੀਏ, ਬਹੁਤ ਸਾਰੀਆਂ ਇਨਵੈਸਟਮੈਂਟਸ ਕੀਤੀਆਂ ਜਾ ਰਹੀਆਂ ਨੇ। ਹੁਣ ਇਕੋਨਮੀ ਘਾਟੇ ਦੇ ਵਿੱਚ ਹੈਗੀ ਹੈ, BC ਸਰਕਾਰ ਦੇ ਕੋਲ ਕੀ ਪਲਾਨ ਹੈਗੇ ਨੇ ਕਿ ਅੱਗੇ ਜਾ ਕੇ 2021 ਤੱਕ ਜਾਂ ਅਗਲੇ ਸਾਲਾਂ ਦੇ ਵਿੱਚ ਇਕੋਨਮੀ ਨੂੰ ਫੇਰ ਉਸੇ ਪਲੇਟਫਾਰਮ ਤੇ ਲੈ ਕੇ ਆਇਆ ਜਾਵੇ? ਜੀ ਬਿਲਕੁਲ, ਇਕੋਨਮੀ ਸਾਰਿਆਂ ਦੇ ਜੈਨ ਵਿੱਚ ਸਭ ਤੋਂ ਵੀ ਜਦ ਵੀ ਕੋਈ ਸਰਕਾਰ ਆਂਦੀ ਹੈ ਤੇ ਇਕੋਨਮੀ ਦੀ ਗੱਲ ਬਹੁਤ ਜ਼ਿਆਦਾ ਹੁੰਦੀ ਹੈ। ਆਈ ਵੁੱਡ ਸੇ ਕਿ ਆਮ ਵੈਰੀ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਸ ਸਰਕਾਰ ਦਾ ਹਿੱਸਾ ਹੋਣ ਤੇ, ਕਿ ਜਿਨ੍ਹਾਂ ਨੇ ਇਕੋਨਮੀ ਦੀ ਗੱਲ ਜਦ ਕੀਤੀ ਤੇ ਇਕੋਨਮੀ ਨੂੰ ਇਹ ਦੇਖ ਕੇ ਗੱਲ ਕੀਤੀ ਕਿ ਲੋਕਾਂ ਦਾ ਕਿਵੇਂ ਭਲਾ ਹੋਵੇ, ਨਾਟ ਜਸਟ ਫॉर ਦੀ। ਅਸੀਂ ਦੇਖਦੇ ਸੀ ਜਿਹੜੀ ਪਿਛਲੀ ਸਰਕਾਰ ਸੀ, ਜਿਹੜੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਰੂਲ ਕਰ ਰਹੀ ਸੀਗੀ BC ਦੇ ਉੱਤੇ, ਦੇ ਵਰ ਆਲਸੋ ਟਾਕਿੰਗ ਅਬਾਊਟ ਇਕੋਨਮੀ, ਪਰ ਉਹ ਜਿਹੜੀ ਇਕੋਨਮੀ ਦੀ ਗੱਲ ਕਰਦੇ ਸੀਗੇ ਉਹ ਸਿਰਫ 2 ਜਾਂ 3% ਜਿਹੜੀ ਪੋਪੂਲੇਸ਼ਨ ਹੈ ਉਹਨਾਂ ਨੂੰ ਉਹਨਾਂ ਦੀ ਬੈਟਰਮੈਂਟ ਲਈ ਸੀਗੀ। ਤੇ ਤੁਸੀਂ ਪਿਛਲੇ 3 ਸਾਲ, ਆਲਮੋਸਟ 3 ਸਾਲ ਹੋ ਜਾਣਗੇ ਸਾਡੀ ਸਰਕਾਰ ਬਣੇ ਨੂੰ, ਤੇ ਤੁਸੀਂ ਦੇਖੋਗੇ ਕਿ ਜਿਹੜੇ ਵੀ ਅਸੀਂ ਫੈਸਲੇ ਕੀਤੇ ਅਸੀਂ ਲੋਕਾਂ ਨੂੰ ਮੁੱਖ ਰੱਖ ਕੇ ਕੀਤੇ। ਬੇਸ਼ੱਕ ਉਹ ਐਜੂਕੇਸ਼ਨ ਵਿੱਚ ਇਨਵੈਸਟਮੈਂਟ ਸੀਗੀ, ਜਾਂ ਉਹ ਹੈਲਥ ਕੇਅਰ ਵਿੱਚ ਇਨਵੈਸਟਮੈਂਟ ਹੈ, ਜਾਂ ਉਹ ਉਵੇਂ ਦੀ ਜੌਬ ਸੈਕਟਰ ਕ੍ਰੀਏਟ ਕਰਨ ਦੀ ਗੱਲ ਸੀਗੀ ਕਿ ਜਿਹੜਾ ਕਿ ਸਾਰਿਆਂ ਲਈ ਵਾਇਬਲ ਹੈਗਾ, rather than ਕਿ just for the 2% population. So we were doing that work and that was a work in progress. ਅਸੀਂ ਕਾਫੀ ਚੀਜ਼ਾਂ ਅਚੀਵ ਕਰ ਚੁੱਕੇ ਸੀਗੇ, ਪਰ ਅਜੇ ਵੀ ਅਸੀਂ ਇਹ ਨਹੀਂ ਕਹਿੰਦੇ ਸੀਗੇ ਕਿ ਅਸੀਂ ਬਿਲਕੁਲ ਉਸ ਮੁਕਾਮ ਤੇ ਪਹੁੰਚ ਗਏ ਹਾਂ, which is a perfect scenario for the BC or for the people of BC. It is a work in progress that was happening, and definitely COVID came. It came as like a big ਬਹੁਤ ਹੀ ਜ਼ਿਆਦਾ, nobody was expecting COVID. ਕਿਸੇ ਨੇ ਪਲਾਨ ਨਹੀਂ ਕੀਤਾ ਹੋਇਆ ਸੀ। ਜਦ ਅਸੀਂ ਬਜਟ, ਸਰ ਕੈਰਲ ਜੇਮਸ finance minister ਜਦ ਬਜਟ ਲੈ ਕੇ ਆਏ ਸੀ, which was a balanced budget, nobody had expected ਕਿ COVID will come so suddenly and ਉਹਦੇ ਪੂਰਾ ਅਸਰ ਪਾ ਦੇਗਾ ਇਕੋਨਮੀ ਤੇ। ਪਰ ਜਿਹੜਾ ਅਜੇ ਵੀ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੂੰਗੀ ਕਿ ਅਜੇ ਵੀ ਜਿਹੜੇ ਵੀ ਫੈਸਲੇ ਕੀਤੇ ਜਾ ਰਹੇ ਹਨ ਉਹ ਲੋਕਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੇ ਜਾ ਰਹੇ ਹਨ। We know that economy is going to decline, ਪਰ ਇਕੋਨਮੀ ਨੂੰ ਕਿਵੇਂ ਵਧਾਇਆ ਜਾਵੇ, ਲੋਕਾਂ ਨੂੰ ਜਿਹੜੇ ਇਸ ਟਾਈਮ ਤੇ ਬਹੁਤ ਜ਼ਿਆਦਾ ਸਫਰ ਕਰ ਰਹੇ ਹਨ ਲੋਕੀ, whether it is a small business ਜਿਹਦਾ 3 ਮਹੀਨੇ ਬਿਜ਼ਨਸ ਬਿਲਕੁਲ ਠੱਪ ਹੋ ਗਿਆ, ਜਾਂ ਕਈ ਇੰਡਸਟਰੀਜ਼ ਜਿਹੜੀਆਂ ਬਿਲਕੁਲ ਜ਼ਿਆਦਾ ਅਫੈਕਟ ਹੋ ਗਈਆਂ COVID-19 ਕਰਕੇ, whether those are like ਜੇ ਮੈਂ ਸਰੀ ਵਿੱਚ ਲੈ ਕੇ ਦੇਖਾਂ ਤੇ our wedding industry, like how much that is affected. ਕਿਵੇਂ ਉਸ ਚੀਜ਼ ਨੂੰ ਉਸ ਚੀਜ਼ ਤੋਂ ਉਹਨਾਂ ਲੋਕਾਂ ਨੂੰ ਕੱਢਿਆ ਜਾਵੇ, ਕਿਵੇਂ ਉਹਨਾਂ ਲਈ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇ। ਬੇਸ਼ੱਕ ਉਹ PST ਨੂੰ ਡਿਲੇ ਕਰਕੇ, ਜਿਹੜੇ ਲੋਕਾਂ ਨੇ PST ਫਾਈਲ ਕਰਨੀ ਸੀ ਉਹ ਡਿਲੇ ਕਰਕੇ ਅਸੀਂ ਮਦਦ ਕਰ ਰਹੇ ਹਾਂ ਬਿਜ਼ਨੈਸਿਸ ਦੀ, ਜਾਂ ਜਿਹੜੇ ਨਵੇਂ ਟੈਕਸ ਆਣੇ ਸੀਗੇ ਅਪ੍ਰੈਲ ਵਿੱਚ ਉਹਨਾਂ ਤੇ ਰੋਕ ਲਾ ਕੇ ਕਿ ਵੀ ਆਰ ਨਾਟ ਬ੍ਰਿੰਗਿੰਗ ਇਨ ਐਨੀ ਨਿਊ ਟੈਕਸਿਸ। ਅਸੀਂ ਹੋਰ ਬਰਡਨ ਨਹੀਂ ਪਾਣਾ ਚਾਹਾਂਗੇ ਬਿਜ਼ਨਸ ਦੇ ਉੱਤੇ, ਕਿਉਂਕਿ ਉਹ ਆਲਰੇਡੀ ਬਹੁਤ ਜ਼ਿਆਦਾ ਸਫਰ ਕਰ ਰਿਹਾ। ਐਂਡ ਗਿਵਿੰਗ them the ਤੁਸੀਂ ਜਾਣਦੇ ਕਿ both provincial government and the federal government are working together, giving them the commercial rent subsidies, electricity ਦੇ ਉੱਤੇ ਉਹਨਾਂ ਦਾ ਜਿਹੜਾ BC ਹਾਈਡਰੋ ਦਾ ਜਿਹੜਾ ਉਹਦੇ ਤੇ ਰੋਕ ਲਾ ਦੇਣੀ ਕਿ people don't have to pay their bills for few months. So all these things we are doing to help the economy, and ਹੌਲੀ ਹੌਲੀ ਅਸੀਂ we all have to work together. ਅਸੀਂ ਦੇਖ ਰਹੇ ਹਾਂ ਕਿਸੇ ਤੀਜੇ ਫੇਜ਼ ਵਿੱਚ ਅਸੀਂ still we are very lucky we are getting into the third phase. ਅਜੇ ਵੀ ਕੈਨੇਡਾ ਵਿੱਚ ਕਈ provinces ਹੈਗੇ which are still in their first phase. So we are slowly getting the momentum, and ਅਸੀਂ ਚਾਹਾਂਗੇ ਕਿ ਲੋਕਾਂ ਨੂੰ ਮੱਦੇਨਜ਼ਰ ਰੱਖ ਕੇ, ਲੋਕਾਂ ਦੀ ਇਕੋਨਮੀ ਨੂੰ ਮੱਦੇਨਜ਼ਰ ਰੱਖ ਕੇ ਉਹ ਫੈਸਲੇ ਕੀਤੇ ਜਾਣ, ਉਹ ਮਦਦਾਂ ਦਿੱਤੀਆਂ ਜਾਣ ਜਿਹਦੇ ਨਾਲ ਲੋਕਾਂ ਨੂੰ ਡਾਇਰੈਕਟ ਫਾਇਦਾ ਹੋਵੇ, ਤੇ ਇਕੋਨਮੀ and the business people also they also grow in this time of crisis. We know we are lucky ਕਿ ਅਸੀਂ BC ਦੇ ਵਿੱਚ ਹੈਗੇ, and we have ਜਿਹੜੇ provincial health officer ਹੈਗੇ ਆ ਜਿਹੜੀਆਂ ਸਾਨੂੰ guidelines ਦੇ ਰਹੇ ਨੇ। ਲੋਕ ਉਹ ਨੇ ਜਿਹੜੇ ਮੰਨ ਰਹੇ ਨੇ, ਕਿਉਂਕਿ COVID ਦੇ ਦੌਰਾਨ ਵੀ ਸਾਡੀ ਜਿਹੜੀ ਇਕੋਨਮੀ ਸੀਗੀ 60% ਜਿਹੜੀ ਉਹ ਚੱਲ ਰਹੀ ਸੀ, ਤੇ ਉਸ ਤੋਂ ਬਾਅਦ ਹੁਣ ਅਸੀਂ phase 3 ਦੇ ਵਿੱਚ ਪਹੁੰਚ ਗਏ ਹੈਗੇ ਆ। COVID ਹਜੇ ਵੀ ਉੱਥੇ ਹੈਗਾ ਆ, ਪਰ ਅਸੀਂ ਹੌਲੀ ਹੌਲੀ ਨਿਊ ਨੋਰਮਲ ਦੇ ਵਿੱਚ ਜਾਣ ਦੀ ਟਰਾਈ ਕਰ ਰਹੇ ਹੈਗੇ ਆ। ਤੁਹਾਡੇ ਵੱਲੋਂ ਸਪੈਸ਼ਲੀ ਕੀ ਮੈਸੇਜ ਹੈਗਾ ਆ BC ਦੇ ਵਾਸੀਆਂ ਨੂੰ ਤੇ ਤੁਹਾਡੀ ਕਨਸਟੀਚੁਐਂਸੀ ਦੇ ਲੋਕਾਂ ਨੂੰ? ਜੀ ਮੈਂ ਤਾਂ ਇੱਕ ਤਾਂ ਪਹਿਲਾਂ ਆਈ ਜਸਟ ਵਾਂਟ ਟੂ ਥੈਂਕ them, ਜਿਹੜਾ ਅੱਜ ਜਿਹੜੇ ਮੁਕਾਮ ਤੇ ਪਹੁੰਚੇ ਹੈਗੇ ਆ, ਜਿਹੜਾ BC ਦੀ ਮਿਸਾਲ ਦਿੱਤੀ ਜਾ ਰਹੀ ਹੈ, ਕੈਨੇਡਾ ਭਰ ਵਿੱਚ ਨਹੀਂ ਪੂਰੇ ਦੁਨੀਆ ਵਿੱਚ ਜਦ ਮਿਸਾਲ ਦਿੱਤੀ ਜਾ ਰਹੀ ਹੈ, ਉਹ ਸਿਰਫ
ਹੈਲਥ ਅਫੀਸ਼ੀਅਲਸ ਜਾਂ ਪੋਲੀਟੀਕਲ ਡਿਸੀਜਨਸ ਕਰਕੇ ਨਹੀਂ ਹੋ ਪਾਈ ਹੈ, ਉਹ ਸਾਰੇ ਤੁਹਾਡੇ ਲੋਕਾਂ ਦੇ ਸਦਕਾ ਹੋਈ ਹੈ, ਜਿਹੜਾ ਤੁਸੀਂ ਸਪੈਸ਼ਲੀ ਆਈ ਵੁੱਡ ਰੀਲੀ ਲਾਈਕ ਟੂ ਥੈਂਕ ਦ ਮੀਡੀਆ ਆਲਸੋ, ਦ ਵਰਕ, ਤੁਸੀਂ ਐਸੈਂਸ਼ੀਅਲ ਕੇਅਰ ਵਰਕਰ ਸੀਗੇ, ਇਹਨਾਂ ਵਿੱਚ ਬਹੁਤ ਹੀ ਡਿਫਿਕਲਟ ਸਰਕਮਸਟੈਂਸਿਸ ਵਿੱਚ ਤੁਸੀਂ ਵੀ ਕੰਮ ਕੀਤਾ, ਤੁਸੀਂ ਸਾਡੇ ਮੈਸੇਜਿੰਗ ਹੈ ਜਿਹੜੀ ਲੋਕਾਂ ਤੱਕ ਪਹੁੰਚਾਈ, ਜਿੰਨੇ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਵੱਲੋਂ ਉਹ ਲੋਕਾਂ ਤੱਕ ਪਹੁੰਚੀਆਂ, ਉਹ ਅਸੀਂ ਇਕੱਲੇ ਨਹੀਂ ਪਹੁੰਚਾ ਸਕਦੇ ਸੀਗੇ, ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਨਹੀਂ ਕਰ ਸਕਦੇ ਸੀਗੇ। ਸੋ ਥੈਂਕ ਯੂ ਅ ਲੋਟ ਟੂ ਆਵਰ ਮੀਡੀਆ ਵਿਚ ਹੈਜ਼ ਵਰਕਡ tirelessly during this time, and also ਲੋਕਾਂ ਦਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਸੈਕਰੀਫਾਈਸਿਸ ਕੀਤੀਆਂ, ਉਹਨਾਂ ਨੇ ਆਪਣੇ, ਮੈਂ ਜਾਣਦੀ ਹਾਂ ਕਿੰਨੇ ਲੋਕਾਂ ਨੇ ਆਪਣੇ ਜਿਹੜੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੈ ਉਹ ਪੋਸਟਪੋਨ ਕੀਤੇ ਹੈ ਜਾਂ ਬਹੁਤ ਹੀ ਛੋਟੇ ਲੈਵਲ ਤੇ ਉਹਨਾਂ ਨੂੰ ਮਨਾਇਆ ਹੈਗਾ। ਕਈ ਖੁਸ਼ੀਆਂ ਜਿਵੇਂ ਸਾਡੀਆਂ ਜਿਹੜੀਆਂ ਅਸੀਂ ਬਹੁਤ ਜ਼ਿਆਦਾ ਮਨਾਉਣੀਆਂ ਚਾਹੁੰਦੇ ਸੀ, ਜਿਹਦੇ ਵਿੱਚ ਵਿਸਾਖੀ ਦਾ ਤਿਉਹਾਰ ਸੀਗਾ ਜਾਂ ਈਦ ਆਈ ਜਾਂ ਈਸਟਰ ਸੀਗਾ, ਉਹ ਸਾਰੇ ਤਿਉਹਾਰਾਂ ਨੂੰ ਵਰਚੁਅਲੀ ਬਣਾਇਆ ਗਿਆ। So I think the community leaders, the religious and the social leaders, they have a big role to play. ਉਹਨਾਂ ਨੇ ਆਪਣਾ ਪੂਰਾ ਰੋਲ ਨਿਭਾਇਆ, ਬਹੁਤ ਹੀ ਜ਼ਿਆਦਾ ਸੰਜੀਦਗੀ ਦੇ ਨਾਲ ਸੀਰੀਅਸ ਲਿੱਤਾ, ਇਹ ਨਹੀਂ ਕਿਹਾ ਕਿ this is, ਜਿਵੇਂ ਕਈ ਥਾਵਾਂ ਤੇ ਬਿਲਕੁਲ ਲੋਕਾਂ ਕਿਹਾ ਜਾਂਦਾ ਕਿ what is this is just like any flu ਨਾਲ ਕਈ ਲੋਕੀ ਮਰ ਜਾਂਦੇ ਹੈ, so what COVID ਨਾਲ ਵੀ ਇੰਨੇ ਮਰ ਰਹੇ ਹੈ। People understood that this is a crisis that we are dealing with, it's a health crisis, that ਇੱਕ ਸਾਇੰਟਿਫਿਕ ਤਰੀਕੇ ਨਾਲ ਉਹਦਾ ਮੁਕਾਬਲਾ ਕੀਤਾ ਜਾਵੇ। ਪੀਪਲ ਐਗਰੀਡ ਵਿਦ ਅਸ ਕਿ ਅਸੀਂ ਜਦ ਉਹਨਾਂ ਨੂੰ ਮਾਡਲਿੰਗ ਦਿਖਾਉਂਦੇ ਸੀਗੇ, ਉਸ ਮਾਡਲਿੰਗ ਨੂੰ ਧਿਆਨ ਨਾਲ ਦੇਖ ਰਹੇ ਸੀਗੇ, ਉਵੇਂ ਆਪਣਾ ਦਾਇਰਾ ਵਧਾਉਂਦੇ ਸੀਗੇ ਜਿਵੇਂ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ। ਪਰ ਮੈਂ ਕਹੂੰਗੀ ਕਿ ਵੀ ਆਰ ਸਟਿਲ ਨਾਟ ਆਊਟ ਆਫ ਦ ਵੁੱਡਸ, ਯੈਸ ਵੀ ਆਰ ਇਨ ਫੇਜ਼ 3, ਅਸੀਂ ਥੋੜਾ ਨਾਲ ਲੋਕਾਂ ਨਾਲ ਮਿਲ ਵਰਤਨ ਸ਼ੁਰੂ ਕੀਤਾ, ਜਿਹੜਾ ਸਾਡੇ ਆਪਣੇ ਵੈਲਬੀਇੰਗ ਲਈ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਪਰ ਇਹ ਕਿ ਜਦ ਅਸੀਂ ਟਰੈਵਲ ਵੀ ਕਰਾਂਗੇ ਹੁਣ ਜਾਂ ਲੋਕਾਂ ਨੂੰ ਮਿਲਾਂਗੇ ਜਾਂ ਆਪਾਂ ਗੈਦਰਿੰਗਸ ਕਰਾਂਗੇ, ਜਿਹੜੀ ਪ੍ਰੀਕਾਸ਼ਨਸ ਹੈ ਪਲੀਜ਼ ਉਹਨੂੰ ਧਿਆਨ ਚ ਰੱਖੋ। ਅਸੀਂ ਵੀ ਕੈਨੋਟ ਜਿਹੜੇ ਮੁਕਾਮ ਤੇ ਅਸੀਂ ਪਹੁੰਚੇ ਹਾਂ ਅਸੀਂ ਉਹਦੇ ਤੋਂ ਪਿੱਛੇ ਨਹੀਂ ਮੁੜ ਸਕਦੇ। ਵੀ ਵਾਂਟ ਦ, ਜਿਹੜੇ ਅਸੀਂ ਚਾਹਾਂਗੇ ਕਿ ਅਗਲੀ ਜਿਹੜੇ ਦਿਨਾਂ ਦੇ ਜਿਹੜੇ ਅੰਕੜੇ ਆਣ ਉਹ ਪੋਜ਼ਿਟਿਵ ਹੀ ਆਣ, ਕਿ ਮਤਲਬ ਕਿ ਘਟਦੇ ਨਜ਼ਰ ਆਣ ਸਾਨੂੰ ਰਾਦਰ ਦੈਨ ਵੱਧਦੇ ਨਜ਼ਰ ਆਣ, ਤੇ ਉਹ ਤੁਹਾਡੇ ਸਹਿਯੋਗ ਜਿਹੜਾ ਤੁਸੀਂ ਇੰਨੀ ਦੇਰ ਦਾ ਦਿੱਤਾ, ਪਲੀਜ਼ ਡੂ ਦੈਟ ਐਂਡ we are all in this together, ਤੇ ਅਸੀਂ ਇਕੱਠੇ ਇੰਨੀ ਦੇਰ ਅਸੀਂ ਇਸ ਚੀਜ਼ ਦਾ ਹੱਲ ਲੱਭਿਆ, ਅਗਲੇ ਦਿਨਾਂ ਵਿੱਚ ਅਸੀਂ ਦੇਖਾਂਗੇ ਕਿ we will be in a much better position too. And thank you, Rachna ji. Thank you for your time and sharing all the information. Thank you, Ji. I really appreciate you having this conversation with you. Wishing you all the best and hoping to connect with you very soon. Thank you so much. ਬਿਲਕੁਲ ਅੱਜ ਕੱਲ ਬਾਤ ਹੋਈ ਐਮਐਲਏ ਰਚਨਾ ਸਿੰਘ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ BC ਸਰਕਾਰ ਕੀ ਕੁਝ ਕਰ ਰਹੀ ਹੈ। ਹੋਰ ਅਪਡੇਟ ਤੁਹਾਨੂੰ ਇਸ ਤਰ੍ਹਾਂ ਹੀ ਦਿੰਦੇ ਰਵਾਂਗੇ ਤੇ ਤੁਸੀਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਦੇ ਰਹੋ ਤੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਸਾਂਝਾ TV। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।